ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਲਿਖੀ ਵਾਰਤਾਲਾਪ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ। ਇਸ ਵਿੱਚ 3 ਗੁਰਸਿੱਖ ਹਨ। ਇੱਕ ਦਾ ਨਾਮ ਭਾਈ ਹਸੂ ਹੈ ਤੇ 2 ਗੁਰਸਿੱਖ ਜਿਹੜੇ ਹੁਣੇ ਗੁਰੂ ਨਾਨਕ ਪਾਤਸ਼ਾਹ ਤੋਂ ਜੀਦਾਨ ਲੈ ਕੇ ਆਏ ਹਨ। ਇੱਕ ਮੁਸਲਮਾਨ ਹੈ ਜਿਸ ਦਾ ਨਾਮ ਹੈ ਕਮਾਲ, ਦੂਜਾ ਹਿੰਦੂ ਹੈ ਜਿਸ ਦਾ ਨਾਮ ਹੈ ਬ੍ਰਹਮਦਾਸ। ਇਸ ਵਾਰਤਾਲਾਪ ਵਿੱਚ ਆਪ ਜੀ ਨੇ ਬਹੁਤ ਗਹਿਰੀਆਂ ਗੱਲਾਂ ਦਰਸਾਈਆਂ ਹਨ ਕਿ ਕਈ ਵਾਰੀ ਸਾਡੇ ਮਨ ਦਾ ਖਿਆਲ ਮਨ ਦੇ ਅੱਗੇ ਖੜਾ ਹੋ ਜਾਂਦਾ ਹੈ ਤੇ ਅਸੀਂ ਉਸ ਨੂੰ ਰੱਬ ਨਾਲ ਜੋੜ ਸਮਝ ਲੈਂਦੇ ਹਾਂ। ਅਸਲੀਅਤ ਵਿੱਚ ਉਹ ਰੱਬ ਨਾਲ ਜੋੜ ਹੁੰਦਾ ਹੈ। ਦੂਸਰੀਆਂ ਵਿਚਾਰਾਂ ਉਹਨਾਂ ਵਿੱਚ ਇਹ ਚੱਲੀ ਕਿ ਲਿਵ ਕੀ ਹੈ, ਲਿਵ ਦਾ ਸਰੂਪ ਕੀ ਹੈ, ਲਿਵ ਧਾਰੀ ਦਾ ਮਨ ਕੀ ਕੋ ਹੁੰਦਾ ਹੈ, ਲਿਵ ਧਾਰੀ ਦੀ ਦ੍ਰਿਸ਼ਟੀ ਕੀ ਕੋ ਹੁੰਦੀ ਹੈ, ਤੇ ਜਦ ਲਿਵ ਹੈ ਤਾਂ ਸੇਵਾ ਦੀ ਕੀ ਲੋੜ ਹੈ। ਫਿਰ ਸੇਵਾ ਕਿਸ ਭਾਵਨਾ ਨਾਲ ਕਰਨੀ ਚਾਹੀਦੀ ਹੈ। ਸੇਵਾ ਦੇ ਵੀ 2 ਰੂਪ ਦਰਸਾਏ ਹਨ। ਫਿਰ ਜੇ ਕਦੀ ਲਿਵ ਟੁੱਟ ਜਾਏ ਉਸ ਵੇਲੇ ਕੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਨੂੰ ਇੱਕ ਵਾਰਤਾਲਾਪ ਵਿੱਚ ਕਲਮਬੱਧ ਕਰਕੇ ਭਾਈ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਵਾਹਿਗੁਰੂ ਦੀ ਧੁਨ ਮਿੱਠੀ ਮਿੱਠੀ ਰਸ ਭਿੰਨਣੀ ਸੁਰ ਦੇ ਰਹੀ ਹੈ ਕਿ ਆਏ ਬ੍ਰਹਮਦਾਸ ਜੀ ਆਏ। ਕਮਾਲ, ਆਓ ਭਾਈ ਜੀਓ, ਮੇਰੇ ਸੱਕੇ ਭਾਈ ਜੀਓ, ਜੀਓ ਉੱਠੇ ਹੋ ਧੰਨ ਭਾਗ ਵਤਾਇਓ। ਪਰ ਬ੍ਰਹਮਦਾਸ ਦੀ ਜੀਭ ਰੁਕ ਗਈ। ਅੱਖਾਂ ਨੇ 2 ਮੋਤੀਆਂ ਵਰਗੇ ਟੇਪੇ ਭੇਟ ਧਰ ਕੇ ਉੱਤਰ ਦਿੱਤਾ। ਕਮਾਲ ਜੀ ਉੱਠੇ। ਦੋਵੇਂ ਜੋ ਹਿੰਦੂ ਮੁਸਲਮਾਨ ਸਨ ਤੇ ਮਿੱਤਰਤਾ ਹੁੰਦਿਆਂ ਵੀ ਵਿੱਥ ਵਿੱਚ ਵਸਦੇ ਸਨ, ਅੱਜ ਗੱਲ ਲੱਗ ਕੇ ਮਿਲੇ। ਜਾਤ ਅਭਿਮਾਨ ਦੀਆਂ ਵਿੱਥਾਂ ਹੱਦਾਂ ਵੀ ਮਿਟ ਗਈਆਂ। ਹਿੰਦੂ ਮੁਸਲਮਾਨ ਸਿੱਖੀ ਦੀ ਕੁਠਾਲੀ ਵਿੱਚ ਢਲ ਕੇ 12 ਵੰਨਿਆਂ ਦਾ ਸੋਨਾ ਹੋ ਗਏ। ਬੜੇ ਪਿਆਰ ਨਾਲ ਘੁੱਟ ਕੇ ਮਿਲੇ। ਭਾਈ ਭਾਈ, ਪਿਆਰੇ ਭਾਈ, ਮੇਰੇ ਭਾਈ ਦੇ ਪਿਆਰ ਭਰੇ ਆਵਾਜ਼ੇ ਉੱਠੇ। ਇਸ ਤਰ੍ਹਾਂ ਗਲ ਮਿਲ ਕੇ ਬੈਠ ਗਏ। ਅਜੇ ਥੋੜਾ ਹੀ ਚਿਰ ਬੀਤਿਆ ਸੀ ਕਿ ਭਾਈ ਹਸੂ ਜੀ ਆ ਗਏ। ਬੜੇ ਆਦਰ ਨਾਲ ਦੋਹਾਂ ਨੇ ਪਾਸ ਬਿਠਾਇਆ। ਵਾਹਿਗੁਰੂ ਦਾ ਜਸ ਤੇ ਗੁਰੂ ਨਾਨਕ ਦੀ ਮਿਹਰ ਦੀ ਕੀਰਤੀ ਹੋਈ। ਫਿਰ ਸਤਸੰਗ ਦੀ ਗੱਲਬਾਤ ਹੁੰਦੇ ਬਾਤਚੀਤ ਇਸ ਢੰਗ ਪੁਰ ਆ ਗਈ। ਕਮਾਲ, ਮੈਨੂੰ ਰੱਬ ਕਿਉਂ ਨਾ ਦਿਸਿਆ। ਹਸੂ, ਉਹ ਇਹਨਾਂ ਸਾਡੀਆਂ ਅੱਖਾਂ ਦਾ ਵਿਸ਼ਾ ਨਹੀਂ ਸੀ। ਉਹ ਸਭ ਦਾ ਦੇਖਣਹਾਰ ਹੈ, ਪਰ ਉਹ ਕਿਸੇ ਦਾ ਦਿਸਣਹਾਰ ਨਹੀਂ। ਇਹ ਅਣਹੋਣਾ ਹੈ ਕਿ ਉਹ ਸਾਡੀਆਂ ਅੱਖਾਂ ਦਾ ਦ੍ਰਿਸ਼ਯ ਬਣੇ। ਨਦੀਆਂ ਸਮੁੰਦਰ ਨੂੰ ਮਿਲਦੀਆਂ ਹਨ, ਸਮੁੰਦਰ ਉਹਨਾਂ ਨੂੰ ਗੋਦ ਵਿੱਚ ਲੈ ਲੈਂਦਾ ਹੈ। ਨਦੀਆਂ ਸਮੁੰਦਰ ਦਾ ਪਾਰਾਵਾਰ ਨਹੀਂ ਪਾ ਸਕਦੀਆਂ, ਸ਼ਰਨ ਸਮਾ ਕੇ ਸੁਖ ਪਾਉਂਦੀਆਂ ਹਨ। ਕਮਾਲ, ਮੈਨੂੰ ਉਹ ਸ਼ਰਨ ਕਿਉਂ ਨਾ ਲੱਭੀ। ਹਸੂ, ਤੁਸੀਂ ਅਨੰਤ ਦੇ ਅੰਤ ਲੈਣ ਵਿੱਚ ਲੱਗ ਰਹੇ ਸੋ। ਤੁਸਾਨੂੰ ਲਿਵ ਪ੍ਰਾਪਤ ਨਹੀਂ ਸੀ। ਅੱਖਾਂ ਨੂੰ ਜਗਤ ਤੋਂ ਹੋੜ ਕੇ ਮਨ ਬੁੱਧ ਵਿੱਚ ਆਉਣ ਵਾਲੇ ਇੱਕ ਆਪਣੇ ਖਿਆਲ ਦੇ ਘੜੇ ਅਰੇਖ ਰੂਪ ਵਜੂਦ ਨੂੰ ਅੱਖਾਂ ਅੱਗੇ ਲਿਆਉਂਦੇ ਸੋ ਤੇ ਉਹ ਤੁਹਾਡਾ ਆਪਣਾ ਮਨ ਹੀ ਸੀ। ਜਿਵੇਂ ਸੁਪਨੇ ਵਿੱਚ ਮਨ ਆਪਣੇ ਖਿਆਲ ਦੇ ਮਸਾਲੇ ਨਾਲ ਹੀ ਰਚਨਾ ਰਚ ਲੈਂਦਾ ਹੈ, ਤਿਵੇਂ ਤੁਸੀਂ ਖਿਆਲ ਦਾ ਰੱਬ ਰਚਦੇ ਸੋ। ਸੋ ਤੁਹਾਡੇ ਮਨ ਦੇ ਅੱਗੇ ਮਨ ਹੀ ਖੜਾ ਸੀ, ਅਨੰਤ ਨਾਲ ਕੋਈ ਜੋੜ ਨਹੀਂ ਸੀ ਜੁੜਿਆ। ਇਹ ਅਜੋੜ ਦਸ਼ਾ ਸਾਕਤ ਯਾਨੀ ਟੁੱਟੀ ਹੋਈ ਦਸ਼ਾ ਹੈ। ਮਨ ਸਾਈਂ ਨਾਲ ਨਹੀਂ ਜੁੜਿਆ, ਉਸ ਤੋਂ ਵਿੱਥ ਤੇ ਹੈ। ਹਾਂਜੀ, ਧਿਆਨ ਦੇਣਾ ਜੀ, ਬਹੁਤ ਜ਼ਰੂਰੀ ਤੇ ਗਹਿਰਾ ਨੁਕਤਾ ਹੈ ਕਿ ਕਿਵੇਂ ਮਨ ਸਾਨੂੰ ਧੋਖਾ ਦਿੰਦਾ ਹੈ ਤੇ ਅਸੀਂ ਸਮਝ ਲੈਂਦੇ ਹਾਂ ਕਿ ਅਸੀਂ ਰੱਬ ਨਾਲ ਜੁੜੇ ਹੋਏ ਹਾਂ। ਕਮਾਲ, ਮੈਨੂੰ ਉਹ ਸ਼ਰਨ ਕਿਉਂ ਨਾ ਲੱਭੀ। ਹਸੂ, ਤੁਸੀਂ ਅਨੰਤ ਦੇ ਅੰਤ ਲੈਣ ਵਿੱਚ ਲੱਗ ਰਹੇ ਸੋ। ਤੁਸਾਨੂੰ ਲਿਵ ਪ੍ਰਾਪਤ ਨਹੀਂ ਸੀ। ਅੱਖਾਂ ਨੂੰ ਜਗਤ ਤੋਂ ਹੋੜ ਕੇ ਮਨ ਬੁੱਧ ਵਿੱਚ ਆਉਣ ਵਾਲੇ ਇੱਕ ਆਪਣੇ ਖਿਆਲ ਦੇ ਘੜੇ ਅਰੇਖ ਰੂਪ ਵਜੂਦ ਨੂੰ ਅੱਖਾਂ ਅੱਗੇ ਲਿਆਉਂਦੇ ਸੋ ਤੇ ਉਹ ਤੁਹਾਡਾ ਆਪਣਾ ਮਨ ਹੀ ਸੀ। ਜਿਵੇਂ ਸੁਪਨੇ ਵਿੱਚ ਮਨ ਆਪਣੇ ਖਿਆਲ ਦੇ ਮਸਾਲੇ ਨਾਲ ਹੀ ਰਚਨਾ ਰਚ ਲੈਂਦਾ ਹੈ,
ਤਿਵੇਂ ਤੁਸੀਂ ਖਿਆਲ ਦਾ ਰੱਬ ਰਚਦੇ ਸੋ। ਸੋ ਤੁਹਾਡੇ ਮਨ ਦੇ ਅੱਗੇ ਮਨ ਹੀ ਖੜਾ ਸੀ, ਅਨੰਤ ਨਾਲ ਕੋਈ ਜੋੜ ਨਹੀਂ ਸੀ ਜੁੜਿਆ। ਇਹ ਅਜੋੜ ਦਸ਼ਾ ਸਾਕਤ ਯਾਨੀ ਟੁੱਟੀ ਹੋਈ ਦਸ਼ਾ ਹੈ। ਮਨ ਸਾਈਂ ਨਾਲ ਨਹੀਂ ਜੁੜਿਆ, ਉਸ ਤੋਂ ਵਿਥ ਤੇ ਹੈ। ਬ੍ਰਹਮਦਾਸ ਜੀ ਕਿਸੇ ਦੇ ਖਿਆਲ ਦਾ ਘੜਿਆ ਪੱਥਰ ਗਲ ਵਿੱਚ ਪਾਈ ਫਿਰਦੇ ਸੀ। ਤੁਸੀਂ ਆਪਣੇ ਖਿਆਲ ਦਾ ਖੁਦਾ ਘੜ ਕੇ ਮਨ ਦੇ ਗਲ ਲਟਕਾਈ ਫਿਰਦੇ ਸੋ। ਠਾਕਰ ਤੋਂ ਕਿ ਰੱਬ ਤੋਂ ਦੋਵੇਂ ਵਿਥਤੇ ਰਹੇ ਹੋ। ਜਦ ਤੁਸਾਨੂੰ ਸਤਿਗੁਰੂ ਨਾਨਕ ਦੇਵ ਮਿਲੇ, ਉਹਨਾਂ ਨੇ ਤੁਹਾਡੇ ਅੰਦਰਲੇ ਨੂੰ ਅੰਦਰਲੇ ਦੇ ਆਸਰੇ ਵਾਹਿਗੁਰੂ ਦੀ ਸ਼ਰਨ ਮਿਲਾ ਦਿੱਤੀ, ਲਿਵ ਲਾ ਦਿੱਤੀ। ਲਿਵ ਦਾ ਅਰਥ ਹੈ ਵਾਹਿਗੁਰੂ ਦੀ ਸ਼ਰਨ ਨਾਲ ਲਗਾਤਾਰ ਮੇਲ ਹੋ ਜਾਣਾ। ਜੋ ਕੁਝ ਤੁਸੀਂ ਹੁਣ 8 ਪੈਰ ਸਵਾਸ ਸਵਾਸ ਅੰਤਰ ਆਤਮੇ ਪ੍ਰਤੀਤ ਕਰ ਰਹੇ ਹੋ, ਇਹ ਲਿਵ ਹੈ। ਕਮਾਲ, ਮੇਰੇ ਤੇ ਤਾਂ ਮਿਹਰ ਹੋਈ ਹੈ, ਪਰ ਕੀ ਸਾਧਨ ਵੀ ਕੋਈ ਹੈ? ਹਸੂ, ਮਿਹਰ ਹੀ ਸਾਧਨ ਹੈ। ਵਾਹਿਗੁਰੂ ਦੀ ਮਿਹਰ ਹੀ ਸਭ ਕੁਝ ਹੈ। ਸਾਧਨ ਮਿਹਰ ਹੈ, ਮਿਹਰ ਨਾਮ ਹੈ, ਨਾਮ ਸਾਧਨ ਹੈ, ਨਾਮ ਮਿਹਰ ਹੈ। ਨਿਹਾਲ ਕਰਨ ਵਾਲਾ ਗੁਰੂ ਕਾ ਸ਼ਬਦ ਸਾਈਂ ਦਾ ਨਾਮ ਹੈ। ਇਸ ਨਾਲ ਅੰਦਰਲਾ ਕੌਲ ਫੁੱਲ ਵਾਂਗੂ ਖਿੜਦਾ ਹੈ ਤੇ ਹਰ ਵੇਲੇ ਸੱਚੇ ਰੰਗ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਦੇ ਸੁੱਖ ਨਾਲ ਅੰਦਰ ਰੰਗਿਆ ਰਹਿੰਦਾ ਹੈ। ਉਹ ਰਸ ਸਰੀਰਕ ਰਸਾਂ ਵਾਂਗੂ ਤ੍ਰਿਖਾ ਤੇ ਛੇਤੀ ਉਤਰਨ ਵਾਲਾ ਰੰਗ ਨਹੀਂ ਹੁੰਦਾ। ਬ੍ਰਹਮਦਾਸ, ਜ਼ਰਾ ਕਿਰਪਾ ਕਰਕੇ ਲਿਵ ਵਾਲੇ ਲਿਵਧਾਰੀ ਦਾ ਰੂਪ ਦੱਸਣਾ। ਉਸ ਦਾ ਮਨ ਕਿਕੋਂ ਦਾ ਹੁੰਦਾ ਹੈ? ਹਸੂ, ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਹੁੰਦਾ। ਫੁਰਨਾ ਵਸ ਵਿੱਚ ਆਉਂਦਾ ਹੈ। ਚੇਤੇ ਵਿੱਚ, ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤੀ ਦਾ ਰਸ ਤੇ ਅਨੁਭਵ ਬਣਿਆ ਰਹਿੰਦਾ ਹੈ। ਹਾਂਜੀ, ਫਿਰ ਦੁਹਰਾ ਦਈਏ। ਲਿਵ ਵਾਲੇ ਮਨ ਵਿੱਚ ਤ੍ਰਿਸ਼ਨਾ ਤੇ ਤ੍ਰਿਸ਼ਨਾ ਤੋਂ ਉੱਠੇ ਤਰੰਗਾਂ ਦਾ ਵੇਗ ਨਹੀਂ ਆਉਂਦਾ। ਫੁਰਨਾ ਵਸ ਵਿੱਚ ਆਉਂਦਾ ਹੈ। ਚੇਤੇ ਵਿੱਚ, ਧਿਆਨ ਵਿੱਚ ਉੱਠਦੇ ਬਹਿੰਦੇ ਤੁਰਦੇ ਫਿਰਦੇ ਹਰ ਹਾਲ ਹਰ ਸਮੇਂ ਵਾਹਿਗੁਰੂ ਦੀ ਚਰਨ ਸ਼ਰਨ ਪ੍ਰਾਪਤੀ ਦਾ ਰਸ ਤੇ ਅਨੁਭਵ ਬਣਿਆ ਰਹਿੰਦਾ ਹੈ। ਜਿਵੇਂ ਮਾਂ ਦੀ ਗੋਦੀ ਵਿੱਚ ਪਏ ਬਾਲ ਨੂੰ ਗੋਦ ਵਾਸ ਦਾ ਸੁੱਖ ਮਾਤਾ ਦੀ ਗੋਦ ਦਾ ਛੋ ਰਸ ਖੀਵੇ ਰੱਖਦਾ ਹੈ, ਤਿਵੇਂ ਉਹ ਮਨ ਨਿਰੰਤਰ ਸ਼ਰਨ ਵਸਣ ਦੇ ਸੁੱਖ ਵਿੱਚ ਆਉਂਦਾ ਹੈ। ਸੋਚ ਫਿਕਰ ਵਿਚਾਰਾਂ ਸੰਕਲਪਾਂ ਦੀਆਂ ਤੰਦਣ ਤਾਣੀਆਂ ਵਿੱਚ ਨਹੀਂ ਰੁੜਦਾ ਰਹਿੰਦਾ। ਸਾਈਂ ਸੰਭਾਲ ਦੀ ਇੱਕ ਤਾਰ ਲਿਵ ਬਣੀ ਰੱਖਦੀ ਹੈ। ਸਹਿਜ ਆਨੰਦ ਦੀ ਪ੍ਰਾਪਤੀ ਅੰਦਰ ਟੁਰੀ ਰਹਿੰਦੀ ਹੈ। ਬ੍ਰਹਮਦਾਸ ਠੰਡਾ ਸਾਹ ਲੈ ਕੇ, ਸਤਿਗੁਰੂ ਦੀ ਮਿਹਰ ਨੇ ਲਿਵ ਬਖਸ਼ ਕੇ ਮੈਨੂੰ ਜਵਾਲ ਦਿੱਤਾ ਹੈ। ਮੈਂ ਵੇਖਦਾ ਹਾਂ ਕਿ ਮੈਂ ਜੋ ਅਨੁਭਵ ਸਤਿਗੁਰ ਤੋਂ ਪਾਇਆ ਹੈ, ਉਹ ਤੁਸੀਂ ਕਹਿ ਰਹੇ ਹੋ। ਇਹ ਲਿਵ ਹੋ ਸੀ ਜਾਂ ਲਿਵ ਬਣ ਜਾਸੀ? ਪਰ ਇਹ ਦੱਸੋ ਕਿ ਇਹ ਤਾਂ ਅੰਦਰਲੇ ਦੀ ਅਵਸਥਾ ਹੋਈ, ਲਿਵ ਵਾਲੇ ਦੀ ਦ੍ਰਿਸ਼ਟੀ ਕੀ ਹੋਵੇਗੀ? ਹਸੂ, ਉਸ ਦੀ ਦ੍ਰਿਸ਼ਟੀ ਸਤਿਗੁਰ ਨੇ ਦਸੀ ਹੈ। ਤਾਂ ਕਾਂ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇੰਦਾ। ਅਰਥਾਤ ਜਿਨ੍ਹਾਂ ਨੂੰ ਸਤਿਗੁਰ ਤੋਂ ਸੋਝੀ ਹੋਈ ਹੈ, ਉਹ ਬਿਸਮਾਦ ਵਿੱਚ ਰਤੇ ਹਨ। ਉਹ ਗੁਣ ਗਾਉਂਦੇ ਹਨ ਬਿਸਮਾਦ ਹੋਏ ਹੋਏ। ਭਾਵ ਇਹ ਕਿ ਉਹਨਾਂ ਦੀ ਦ੍ਰਿਸ਼ਟੀ ਬਿਸਮਾਦ ਵਿੱਚ ਰਹਿੰਦੀ ਹੈ। ਬ੍ਰਹਮਦਾਸ, ਇਹ ਜ਼ਰਾ ਖੋਲਣਾ। ਹਸੂ, ਲਿਵਧਾਰੀ ਦੀਆਂ ਅੱਖਾਂ ਪਦਾਰਥਾਂ ਤੇ ਚੀਜ਼ਾਂ ਨੂੰ ਤੱਕ ਕੇ ਇਹਨਾਂ ਦੇ ਬਾਹਰਲੇ ਰੂਪ ਵਿੱਚ ਹੀ ਨਹੀਂ ਰਹਿੰਦੀਆਂ। ਉਸ ਨੂੰ ਹਰ ਸ਼ੈ ਵਿੱਚ ਹਰੀ ਰੂਪ ਨਜ਼ਰ ਪੈਂਦਾ ਹੈ। ਜਿਸ ਤਰ੍ਹਾਂ ਤ੍ਰਿਖਾਵੰਤ ਦੀਆਂ ਅੱਖਾਂ ਲਟਕਦੇ ਸੰਤਰੇ ਨੂੰ ਤੱਕ ਕੇ ਉਸ ਵਿੱਚ ਤ੍ਰੇ ਬੁਝਾਉਣ ਤੇ ਦਿਲ ਖਿੜਾ ਦੇਣ ਵਾਲੇ ਸਵਾਦੀ ਰਸ ਨੂੰ ਅਨੁਭਵ ਕਰਦੀਆਂ ਹਨ। ਪਰ ਇੱਕ ਬਾਲਕਾ ਜਿਸਨੇ ਸੰਤਰਾ ਕਦੇ ਚਖਿਆ ਨਹੀਂ, ਸੰਤਰੇ ਵਿੱਚ ਰੰਗ ਰੂਪ ਗੁਲਿਆਈ ਤੇ ਆਪਣੀ ਖੇਡ ਦਾ ਸਮਾਨ ਇੱਕ ਖਿੱਦੂ ਵੇਖਦਾ ਹੈ। ਉਸ ਨੂੰ ਸਵਾਦ ਤੇ ਦਿਲ ਖੇੜੇ ਵਾਲੇ ਸੰਤਰੇ ਦੇ ਰੂਪ ਦਾ ਝਲਕਾ ਨਹੀਂ ਵੱਜਦਾ। ਇਸ ਤਰ੍ਹਾਂ ਲਿਵਧਾਰੀ ਨੂੰ ਹਰ ਸ਼ੈ ਵਿੱਚ ਇੱਕ ਸਹਿਜ ਆਨੰਦੀ ਝਲਕਾ ਵੱਜਦਾ ਹੈ। ਇਹ ਝਲਕਾ ਉਸ ਦੀ ਨਜ਼ਰ ਨੂੰ ਵਿਸਮਾਦ ਵਿੱਚ ਰੱਖਦਾ ਹੈ। ਵਿਸਮਾਦ ਤੋਂ ਉਪਜੀ ਦ੍ਰਿਸ਼ਟੀ ਉਹ ਹੈ ਜੋ ਸਹਿਜ ਆਨੰਦੀ ਰੰਗ ਵਿੱਚ ਮਤੀ ਹੋਈ ਹਰ ਸ਼ੈ ਵਿੱਚ ਅੰਮ੍ਰਿਤ ਦਾ ਪ੍ਰਭਾਵ ਪ੍ਰਤੀਤ ਕਰਦੀ ਹੈ ਤੇ ਹਰ ਸ਼ੈ ਵਿੱਚੋਂ ਉਹ ਅੰਮ੍ਰਿਤ ਖਿੱਚਦੀ ਹੈ, ਅਰਥਾਤ ਸਿਫਤ ਸਲਾਹ ਦਾ ਰਸ ਲੈਂਦੀ ਹੈ
ਤੇ ਸੋਚ ਮੰਡਲ ਤੋਂ ਉਚੇਰੀ ਉਚੇਰੀ ਰਹਿੰਦੀ ਹੈ। ਜਿਹਾ ਕੋ ਸਾਡੇ ਗੁਰੂ ਬਾਬੇ ਜੀ ਹਰ ਸ਼ੈ ਵਿੱਚ ਵਿਸਮਾਦ ਵੇਖਦੇ ਹਨ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਅਸਾਂ ਨੂੰ ਆਪਣੀ ਵਿਸਮਾਦ ਦ੍ਰਿਸ਼ਟੀ ਦਾ ਹਾਲ ਇੰਜ ਦੱਸਿਆ ਸੀ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹਾ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਬ੍ਰਹਮਦਾਸ, ਜਦ ਅੰਦਰ ਲਿਵ ਹੈ ਤੇ ਦ੍ਰਿਸ਼ਟੀ ਵਿੱਚ ਵਿਸਮਾਦ ਹੈ, ਫਿਰ ਸੇਵਾ ਕੀ ਹੋਈ? ਮੈਨੂੰ ਪਹਿਲਾਂ ਸੇਵਾ ਦਾ ਹੁਕਮ ਹੋਇਆ ਸੀ। ਹਾਸੂ, ਤੱਕੋ ਨਾ ਭਾਈ ਜੀ, ਅਸੀਂ ਨਿਰਾ ਮਨ ਨਹੀਂ ਹਾਂ, ਸਰੀਰ ਵੀ ਹਾਂ। ਅਸੀਂ ਨਿਰੀ ਵਿਚਾਰ ਨਹੀਂ, ਕਰਮ ਵੀ ਹਾਂ। ਅਸੀਂ ਨਿਰੀ ਬੁੱਧੀ ਨਹੀਂ, ਵਲਵਲੇ ਵਾਲੇ ਵੀ ਹਾਂ। ਅਸੀਂ ਇੱਕ ਤਤ ਮਾਤਰ ਹੀ ਨਹੀਂ, ਸ਼ਖਸੀਅਤ ਵੀ ਹਾਂ। ਸਾਡੀ ਉਚਾਈ ਸਭ ਪਾਸਿਆਂ ਦੀ ਮਿਲਵੀਂ ਤੁਲਵੀਂ ਉਚਾਈ ਹੈ। ਪਹਿਲਾ, ਲਿਵ ਅੰਦਰਲੇ ਦੀ ਅਵਸਥਾ ਹੈ, ਆਪਣੇ ਕਰਤਾਰ, ਕਾਦਰ, ਮਾਲਕ, ਪਾਲਕ ਨਾਲ ਜੁੜੇ ਰਹਿਣਾ, ਲੱਗੇ ਰਹਿਣਾ। ਦੂਸਰਾ, ਇਉਂ ਅੰਦਰਲਾ ਆਪੇ ਵਿੱਚ ਇੱਕ ਰਸ ਭਰੀ ਉਚੈਣ ਦੀ ਪ੍ਰਤੀਤੀ ਵਿੱਚ ਰਹਿੰਦਾ ਹੈ। ਤੀਸਰਾ, ਇਸ ਉਨਮਨ ਯਾਨੀ ਉੱਚੇ ਮਨ ਵਾਲੀ ਦੀ ਦ੍ਰਿਸ਼ਟੀ ਜਦ ਵਿਸਮਾਦੀ ਝਲਕ ਵਿੱਚ ਆਉਂਦੀ ਹੈ ਤਾਂ ਜਿੱਧਰ ਪੈਂਦੀ ਹੈ ਸੁੰਦਰਤਾ ਦਾ ਰੰਗ ਦੇਖਦੀ ਹੈ। ਇਸ ਦ੍ਰਿਸ਼ਟੀ ਵਿੱਚ ਸਿਫਤ ਸਲਾਹ ਦਾ ਰੰਗ ਭਰਿਆ ਹੁੰਦਾ ਹੈ। ਜਿੱਧਰ ਇਹ ਦ੍ਰਿਸ਼ਟੀ ਪੈਂਦੀ ਹੈ ਰਸ ਤੇ ਅੰਮ੍ਰਿਤ ਖਿੱਚਦੀ ਹੈ ਸਭ ਦ੍ਰਿਸ਼ਟਮਾਨ ਵਿੱਚੋਂ। ਚੌਥਾ, ਕਦੇ ਕਦੇ ਇੱਕ ਵਿਸਮਾਦ ਵਰਗਾ ਝਲਕਾ ਸੁੱਤੇ ਵੀ ਕਿਸੇ ਨੂੰ ਵੱਜ ਸਕਦਾ ਹੈ। ਅਲੌਕਿਕ ਸੁੰਦਰਤਾ ਦਾ ਝਲਕਾ ਕਦੇ ਵਿਸਮਾਦ ਵਿੱਚ ਲੈ ਜਾਂਦਾ ਹੈ। ਉਸ ਵੇਲੇ ਜੇ ਮਨ ਤ੍ਰਿਸ਼ਨਾ ਦੇ ਭਾਵ ਵਿੱਚ ਚਲਾ ਜਾਵੇ ਤਾਂ ਵਿਸਮਾਦ ਦਾ ਰੰਗ ਉੱਡ ਜਾਂਦਾ ਜਾਂ ਫਿੱਕਾ ਪੈ ਜਾਂਦਾ ਹੈ। ਪੰਜਵਾਂ, ਉੱਪਰਲੀ ਸਾਰੀ ਖੇਡ ਅੰਦਰਲੇ ਦੀ ਉਚਾਈ ਦੀ ਹੈ। ਇਹ ਖੇਡ ਉਹਨਾਂ ਬਿਰਤੀਆਂ ਤੋਂ ਜੋ ਸਾਡੀਆਂ ਪਸ਼ੂਆਂ ਨਾਲ ਸਾਂਝੀਆਂ ਹਨ ਉਚੇਰੀ ਅਵਸਥਾ ਹੈ। ਛੇਵਾਂ, ਅਸੀਂ ਸਰੀਰ ਧਾਰੀ ਹਾਂ। ਸਰੀਰ ਦੀ ਬਨਾਵਟ ਤੇ ਰੁਚੀਆਂ ਪਸ਼ੂਆਂ ਨਾਲ ਮਿਲਦੀਆਂ ਜੁਲਦੀਆਂ ਹਨ। ਇਹਨਾਂ ਨੂੰ ਕਰੜੇ ਤੱਪਾਂ, ਹੱਠਾਂ, ਧੱਕੇ, ਧੋੜਿਆਂ ਨਾਲ ਮਾਰਿਆ ਕੋਇਆ ਸਰੀਰ ਤੇ ਮਨ ਅਰੋਗ ਨਹੀਂ ਰਹਿੰਦੇ। ਗੁਰੂ ਬਾਬੇ ਦੀ ਮੱਤ ਨਾਲ ਇਹਨਾਂ ਨੂੰ ਉੱਨਤ ਕਰੀਦਾ ਹੈ। ਇਹ ਮਾਰਗ ਕੇਵਲ ਇਸ ਦਾਤੇ ਗੁਰੂ ਨੇ ਦੱਸਿਆ ਹੈ। ਪੰਜਾਂ ਨੂੰ ਮਾਰੋ ਨਹੀਂ, ਸੁਗਾਤ ਬਣਾਓ, ਉੱਨਤ ਕਰੋ। ਉੱਨਤ ਕਰਨ ਦੇ ਸਾਧਨ ਕੁਦਰਤੀ ਨਿਰਦੋਸ਼ ਸੁੰਦਰਤਾ ਦਾ ਰਸੀਆਂ ਹੋਣਾ ਹੈ ਤੇ ਬਾਣੀ ਕੀਰਤਨ ਨਾਮ ਵਿੱਚ ਚਾਉ ਨਾਲ ਲੱਗਣਾ, ਪਸ਼ੂਪਨੇ ਦੀਆਂ ਰੁਚੀਆਂ ਨੂੰ ਆਪਣੇ ਵਸ ਵਿੱਚ ਕਰਨਾ ਹੈ। ਵਸ ਵਿੱਚ ਕਰਨ ਦਾ ਉਪਰਾਲਾ ਕਿਸੇ ਸੋਹਣੀ ਡੋਲ ਦਾ ਹੋਵੇ, ਉਹ ਉਪਰਾਲਾ ਸੇਵਾ ਹੈ। ਸਾਡੇ ਮਨ ਦਾ ਸੁਭਾਅ ਹੈ ਕਿ ਇਹ ਲੈ ਕੇ, ਗ੍ਰਹਿਣ ਕਰਕੇ, ਧੱਕਾ ਕਰਕੇ, ਵਫਾ ਕੇ ਖੁਸ਼ ਹੁੰਦਾ ਹੈ। ਹੁਣ ਜੇ ਕਰੜੇ ਤਪ ਹੱਠ ਨਾਲ ਇਹਨਾਂ ਗਲਾਂ ਦੇ ਉਲਟ ਤੁਰੇਗਾ ਤਾਂ ਉਦਾਸ ਤੇ ਦੁਖੀ ਜਿਹਾ ਹੋ ਜਾਏਗਾ। ਜੇ ਚਾਉ ਵਿੱਚ ਭਰ ਕੇ ਦੇਣ ਦਾ ਸੁਭਾਅ ਬਣਾਏਗਾ, ਦੇ ਕੇ ਖਿੜੇਗਾ, ਭਲਾ ਕਰੇਗਾ ਤਾਂ ਪਸ਼ੂ ਬਿਰਤੀ ਦੇਵ ਬਿਰਤੀ ਵਿੱਚ ਉੱਨਤ ਹੋਏਗੀ। ਪਸ਼ੂ ਲੈਂਦਾ ਹੈ, ਠੁੱਡ ਮਾਰ ਕੇ ਖੋਂਦਾ ਹੈ। ਮਨੁੱਖ ਦਾ ਦਿਲ ਵੀ ਇਹੋ ਕੁਝ ਕਰਦਾ ਹੈ। ਪਰ ਜੋ ਦੇ ਕੇ, ਭਲਾ ਕਰਕੇ, ਦੂਏ ਦਾ ਸਵਾਰ ਕੇ ਖੁਸ਼ ਹੁੰਦਾ ਹੈ, ਉਹ ਪਸ਼ੂ ਸੁਭਾਅ ਤੋਂ ਉਲਟ ਤੁਰ ਪਿਆ ਹੈ ਤੇ ਉਹ ਸੁਖੈਨ ਹੀ ਆਪਣੇ ਤੇ ਕਾਬੂ ਪਾ ਰਿਹਾ ਹੈ। ਸੱਤਵਾਂ, ਫਿਰ ਜਿਸਨੇ ਦੇਵਤਾ ਬਣਨਾ ਹੈ ਉਸਨੂੰ ਸਤਿਗੁਰੂ ਜੀ ਗੁਰੂ ਤੇ ਗੁਰਮੁਖਾਂ ਦੀ ਸੇਵਾ ਦੱਸਦੇ ਹਨ। ਇਹ ਸੇਵਾ ਕਰਦਿਆਂ ਮਨ ਗੁਰੂ ਤੇ ਗੁਰਮੁਖਾਂ ਦੇ ਗੁਣਾਂ ਨੂੰ ਲੈਂਦਾ ਹੈ। ਇਹ ਸੇਵਾ ਮਨ ਨੂੰ ਨਿਰਮਾਣ ਕਰਦੀ ਹੈ ਤੇ ਨਿਰਮਾਣਤਾ ਮਨ ਦੀ ਮੈਲ ਧੋਂਦੀ ਹੈ ਤੇ ਉਧਰੋਂ ਗੁਰੂ ਸਤਸੰਗ ਦੀ ਖੁਸ਼ੀ ਉਸ ਦੀ ਮੈਲ ਕੱਢਦੀ ਹੈ, ਜਿਸ ਦਾ ਫਲ ਇਹ ਹੁੰਦਾ ਹੈ ਕਿ ਮਨ ਨਾਮ ਨਿਵਾਸ ਲਈ ਤਿਆਰ ਹੋ ਜਾਂਦਾ ਹੈ।
ਸਰਬ ਸੇਵਾ ਦਾ ਫਲ ਮਨ ਵਿੱਚ ਨਾਮ ਨਿਵਾਸ ਹੈ। ਹੋਰ ਦੂਜੇ ਭਾਈ ਦੀ ਸੇਵਾ ਜੋ ਦਿਖਾਵੇ ਲਈ ਕਰੀਦੀ ਹੈ ਠੀਕ ਨਹੀਂ ਹੈ। ਸੇਵਾ ਮਨ ਦੀ ਸ਼ੁੱਧੀ ਕਰਮ ਦੀ ਸਫਾਈ ਲਈ ਹੈ ਅਤੇ ਮਨ ਕਰਮ ਦੀ ਸਫਾਈ ਨਾਮ ਵਿੱਚ ਸਥਿਤ ਕਰਨ ਲਈ ਹੈ। ਸੇਵਾ ਸਤਿਗੁਰੂ ਜੀ ਹੁਕਮ ਵਿੱਚ ਕਰਾਉਂਦੇ ਹਨ। ਜੋ ਸੇਵਾ ਨੂੰ ਹੁਕਮ ਸਮਝ ਕੇ ਨਹੀਂ ਕਰਦਾ ਉਸ ਦਾ ਮਨ ਸਾਫ਼ ਨਹੀਂ ਹੁੰਦਾ, ਕਿਉਂਕਿ ਉਹ ਸੇਵਾ ਮਨ ਦੀ ਮਤ ਨਾਲ ਕਰਦਾ ਹੈ। ਮਨ ਦੀ ਮਤ ਹਉਮੈ ਹੈ। ਹਉਮੈ ਦੇ ਕੀਤੇ ਕੰਮ ਕੂੜੇ ਦੀ ਪਾਲ ਵਿੱਚ ਫਸਾਈ ਰੱਖਦੇ ਹਨ। ਉਹਨਾਂ ਦਾ ਫਲ ਮਨ ਦੀ ਸਫਾਈ ਨਹੀਂ ਹੁੰਦਾ। ਸਾਡੇ ਕਰਮ ਮਾੜੇ ਹਨ। ਅਸੀਂ ਮਨ ਦੇ ਮਗਰ ਟੁਰਦੇ ਹਾਂ। ਅੰਦਰ ਸਾਡੇ ਤ੍ਰਿਸ਼ਨਾ ਹੈ। ਉਸ ਤੋਂ ਸਾਡੇ ਕਰਮ ਸਾਨੂੰ ਅਤ੍ਰਿਪਤ ਮਾਇਆ ਵਿੱਚ ਫਸਾਉਂਦੇ ਹਨ। ਇਸ ਮਾਇਆ ਦੀ ਫਾਈ ਤੋਂ ਛੁਟਕਾਰਾ ਦੇਣ ਲਈ ਸਤਿਗੁਰੂ ਜੀ ਸਾਡੇ ਕਰਮਾਂ ਨੂੰ ਗੁਰੂ ਤੇ ਸਾਧ ਸੰਗਤ ਦੀ ਸੇਵਾ ਵਿੱਚ ਲਾਉਂਦੇ ਹਨ ਤੇ ਸੇਵਾ ਕਰਨੀ ਹੁਕਮ ਤੋਂ ਸਮਝਾਉਂਦੇ ਹਨ। ਹੁਕਮ ਸਮਝ ਕੇ ਜੋ ਸੇਵਾ ਕਰੀਦੀ ਹੈ ਉਸ ਵਿੱਚ ਹਉਮੈ ਦੀ ਪਕੜ ਘਟਦੀ ਜਾਂਦੀ ਹੈ, ਤ੍ਰਿਸ਼ਨਾ ਨੀਵੀਂ ਹੁੰਦੀ ਜਾਂਦੀ ਹੈ ਤੇ ਅੰਤ ਮਨ ਸਵੱਛ ਹੋ ਕੇ ਨਿਖਰਦਾ ਹੈ। ਬ੍ਰਹਮਦਾਸ, ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ, ਲਿਆਕਤ, ਤਰਸ, ਮੈਂ ਦਿਆਲੂ ਸੁਭਾਵੀ ਹਾਂ, ਐਸੇ ਮਨ ਦੇ ਸੰਕਲਪਾਂ ਨਾਲ ਨਹੀਂ, ਪਰ ਕੇਵਲ ਇਸ ਲਈ ਕਿ ਇਹ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ ਤੇ ਇਹ ਸੇਵਾ ਕਰਨੀ ਇੱਕ ਹੁਕਮ ਹੈ। ਤੇ ਦੂਜੀ ਸੇਵਾ, ਹਾਂਜੀ ਫਿਰ ਦੁਹਰਾ ਦਈਏ, ਤਦ ਸੇਵਾ ਦਾ ਫਲ ਮਨ ਦੀ ਸਫਾਈ ਹੈ ਤੇ ਸੇਵਾ ਹੁਕਮ ਵਿੱਚ ਕਰਨੀ ਹੈ। ਆਪਣੀ ਵਡਿਆਈ ਲਈ, ਲਿਆਕਤ, ਤਰਸ, ਮੈਂ ਦਿਆਲੂ ਸੁਭਾਵੀ ਹਾਂ, ਐਸੇ ਮਨ ਦੇ ਸੰਕਲਪਾਂ ਨਾਲ ਨਹੀਂ, ਪਰ ਕੇਵਲ ਇਸ ਲਈ ਕਿ ਇਹ ਸੇਵਾ ਮਨ ਨੂੰ ਸ਼ੁੱਧ ਕਰ ਦੇਵੇਗੀ, ਇਹ ਸੇਵਾ ਕਰਨੀ ਇੱਕ ਹੁਕਮ ਹੈ। ਦੂਜੀ ਸੇਵਾ, ਹਸੂ, ਜਦ ਲਿਵ ਲੱਗ ਗਈ ਹੈ, ਦ੍ਰਿਸ਼ਟੀ ਵਿਸਮਾਦ ਹੋ ਗਈ ਹੈ, ਵੇਖ ਵਿਡਾਣ ਰਿਹਾ ਵਿਸਮਾਦ ਵਾਲੀ ਪੂਰੇ ਭਾਗਾਂ ਦੀ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ, ਫਿਰ ਵੀ ਸਤਿਗੁਰੂ ਆਖਦਾ ਹੈ ਕਿ ਜਗਤ ਵਿੱਚ ਵਸਣਾ ਹੈ ਤੇ ਵਰਤਨ ਹੋਣੀ ਹੈ, ਤਦੋਂ ਵੀ ਜੋ ਵਰਤਨ ਹੋਣੀ ਹੈ ਉਹ ਸੇਵਾ ਹੈ। ਪਰ ਉਹ ਸੇਵਾ ਵਿਸਮਾਦ ਦ੍ਰਿਸ਼ਟੀ ਵਿੱਚ ਹੈ ਤੇ ਸਹਿਜ ਸੁਭਾਅ ਹੈ। ਇਸ ਲਈ ਮੈਂ ਫਿਰ ਬੇਨਤੀ ਕਰਨੀ ਹੈ ਕਿ ਪਸ਼ੂ ਬਿਰਤੀ ਕੀ ਹੈ, ਪਹਿਲੋਂ ਆਖੀ ਗੱਲ ਫਿਰ ਦੁਹਰਾਉਂਦਾ ਹਾਂ। ਊੜਾ, ਪਸ਼ੂ ਬਿਰਤੀ ਇਹ ਹੈ ਕਿ ਮੈਂ ਸੁਖੀ ਹੋਵਾਂ, ਹੋਰ ਕੋਈ ਸੁਖੀ ਹੋਵੇ ਚਾਹੇ ਨਾ ਹੋਵੇ। ਜਿਨ੍ਹਾਂ ਮਨੁੱਖਾਂ ਵਿੱਚ ਇਹ ਬਿਰਤੀ ਕੰਮ ਕਰਦੀ ਹੈ ਉਹ ਮਨੁੱਖ ਪਸ਼ੂ ਸਮਾਨ ਹੀ ਹਨ। ਐੜਾ, ਪਸ਼ੂ ਵਿੱਚ ਮਨ ਹੈ ਪਰ ਮਨੁੱਖ ਵਰਗੀ ਬੁੱਧੀ ਨਹੀਂ। ਆਦਮੀ ਵਿੱਚ ਜੇ ਬੁੱਧੀ ਹੈ ਉਸ ਨਾਲ ਆਦਮੀ ਸੋਚ ਲੈਂਦਾ ਹੈ, ਜਿਕੂ ਮੈਂ ਆਪਣੇ ਸੁਖ ਲਈ ਦੂਜੇ ਦੇ ਸੁਖ ਦੀ ਪਰਵਾਹ ਨਹੀਂ ਕਰਦਾ, ਇਸ ਤਰ੍ਹਾਂ ਦੂਏ ਆਪਣੇ ਸੁਖ ਲਈ ਮੇਰੇ ਸੁਖ ਦੀ ਪਰਵਾਹ ਨਹੀਂ ਕਰਦੇ, ਤੇ ਫਲ ਇਹ ਹੈ ਕਿ ਇਸ ਧੱਕੇ ਧੋੜੇ ਨਾਲ ਮੈਂ ਵੀ ਦੁੱਖ ਪਾਉਂਦਾ ਹਾਂ ਤੇ ਲੋਕੀ ਵੀ। ਤਦੋਂ ਮਨੁੱਖ ਇਹ ਸੋਚਦਾ ਹੈ ਕਿ ਦੂਜਾ ਮੇਰੇ ਨਾਲ ਇਸ ਤਰ੍ਹਾਂ ਵਰਤੇ ਤਾਂ ਮੈਂ ਸੁਖੀ ਹੁੰਦਾ ਹਾਂ, ਤੇ ਇਸ ਦਾ ਦਾਰੂ ਇਹ ਹੈ ਕਿ ਮੈਂ ਦੂਜੇ ਨਾਲ ਇੰਜ ਵਰਤਾਂ ਜਿਕੂ ਮੈਂ ਲੋਚਦਾ ਹਾਂ ਕਿ ਉਹ ਮੇਰੇ ਨਾਲ ਵਰਤੇ। ਜਦੋਂ ਇਹ ਸਮਝ ਆ ਕੇ ਮਨੁੱਖਾਂ ਵਿੱਚ ਹੱਕ ਨਾ ਹੱਕ ਪਛਾਣ ਕੇ ਵਰਤਣ ਸ਼ੁਰੂ ਹੋ ਜਾਂਦੀ ਹੈ, ਤਦ ਇੱਕ ਦੂਏ ਦਾ ਸੁਖ ਵੱਧ ਜਾਂਦਾ ਹੈ ਤੇ ਦੁੱਖ ਘਟ ਜਾਂਦਾ ਹੈ। ਈੜੀ, ਫਿਰ ਆਦਮੀ ਵੇਖਦਾ ਹੈ ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ, ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ, ਮੈਂ ਜੋ ਠੀਕ ਜਾਤਾ ਹੈ ਉਹ ਕੁਝ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਹਾਂਜੀ ਫਿਰ ਦੁਹਰਾ ਦਈਏ, ਫਿਰ ਆਦਮੀ ਵੇਖਦਾ ਹੈ ਕਿ ਮੈਂ ਤਾਂ ਦੂਜੇ ਨਾਲ ਐਸਾ ਸਲੂਕ ਕੀਤਾ ਜੈਸਾ ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਕਰੇ, ਪਰ ਉਹ ਐਸਾ ਨਹੀਂ ਕਰਦਾ। ਤਦ ਉਹ ਸਿੱਖਦਾ ਹੈ ਕਿ ਉਹ ਜਾਣੇ ਉਹ ਕੁਝ ਪਿਆ ਕਰੇ, ਮੈਂ ਜੋ ਠੀਕ ਜਾਤਾ ਹੈ ਉਹ ਕੁਝ ਕਰਾਂਗਾ। ਜਦ ਇਹ ਬਿਰਤੀ ਹੋ ਗਈ ਤਾਂ ਦੇਵਤਾ ਦਾ ਜੀਵਨ ਸ਼ੁਰੂ ਹੋ ਗਿਆ। ਪਹਿਲੇ ਵਿਚਾਰ ਨਾਲ ਜੀਵਨ ਵਿੱਚ ਧਰਮ ਕਾਇਮ ਹੋਇਆ ਸੀ, ਇੱਕ ਦੂਜੇ ਦੇ ਹੱਕ ਪਛਾਣਨੇ, ਨਿਆਂ ਕਰਨਾ, ਧੱਕਾ ਤੋੜਾ ਨਹੀਂ ਕਰਨਾ। ਹੁਣ ਉਸ ਵਿੱਚ ਦਇਆ ਆਈ ਕਿ ਉਹ ਜਾਣੇ
ਜੇ ਅਗਲੇ ਨੇ ਭੁੱਲ ਕੀਤੀ ਹੈ ਤਾਂ ਮੈਂ ਖਿਮਾ ਕਰਾਂ ਤੇ ਮੈਂ ਉਹ ਵਰਤਣ ਵਰਤਾਂ ਜੋ ਮੈਨੂੰ ਸੋਝਦੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਦਾ ਸੂਤ ਇਉਂ ਕਾਇਮ ਹੁੰਦਾ ਹੈ। ਅਰਥਾਤ ਇਸ ਧਰਮ ਨੇ ਜੋ ਦਇਆ ਦਾ ਪੁੱਤ ਬਣਾ ਦਿੱਤਾ ਜਾਵੇ ਅਤੇ ਜਿਸ ਵਿੱਚ ਸੰਤੋਖ ਦਾ ਵਾਸਾ ਕਰਾ ਦਿੱਤਾ ਜਾਵੇ, ਜਗਤ ਵਿੱਚ ਸੂਤ ਕਾਇਮ ਕਰਨਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਦੋਂ ਸੰਤੋਖ ਧਾਰ ਕੇ, ਦਇਆ ਬਿਰਤੀ ਧਾਰ ਕੇ ਧਰਮ ਪਰ ਤੁਰੀਦਾ ਹੈ ਤਾਂ ਸਾਡੀ ਵਰਤੋਂ ਇਸ ਸੇਵਾ ਦਾ ਦਰਜਾ ਰੱਖਦੀ ਹੈ। ਇਸ ਵਿੱਚ ਜੇ ਦੂਸਰੇ ਤੋਂ ਦੁੱਖ ਮਿਲੇ ਤਾਂ ਉਸ ਦੁੱਖ ਨਾਲ ਆਪਣੇ ਵਰਤਾਰੇ ਨੂੰ ਨਹੀਂ ਬਦਲਣਾ। ਪਰ ਜੇ ਐਸਾ ਜੀਵ ਨਾਮ ਜਪਦਾ ਹੈ ਤੇ ਹੁਕਮ ਪਛਾਣਨ ਦਾ ਯਤਨ ਕਰਦਾ ਹੈ, ਤਦ ਉਹ ਇਸ ਵਿੱਚ ਇਹ ਭਾਵਨਾ ਵੀ ਨਹੀਂ ਰੱਖੇਗਾ ਕਿ ਮੈਂ ਕੁਰਬਾਨੀ ਕਰ ਰਿਹਾ ਹਾਂ। ਉਹ ਆਪਣੇ ਰੰਗ ਵਿੱਚ ਲੱਗਾ ਰਹੇਗਾ। ਉਸ ਦੀ ਸਹਿਜ ਸੁਭਾਅ ਵਰਤਣੀ ਐਸੀ ਹੋ ਜਾਵੇਗੀ ਜੋ ਧਰਮ ਦਇਆ ਤੇ ਸੰਤੋਖ ਵਾਲੀ ਹੋਵੇਗੀ। ਜਗਤ ਪਰ ਐਸੇ ਬੰਦਿਆਂ ਦਾ ਕਾਲ ਹੈ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਆ ਕੇ ਸੁਕਾਲ ਕਰ ਦਿੱਤਾ ਹੈ ਉਹਨਾਂ ਬੰਦਿਆਂ ਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਲ ਲਿਵ ਹੈ ਤੇ ਬਾਹਰ ਵਰਤੋਂ ਪਿਆਰ ਤੇ ਦਇਆ ਦੀ ਹੈ। ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਵਿਸਮਾਦ ਵਸਿਆ ਹੈ, ਉਹਨਾਂ ਨੂੰ ਫਿਰ ਉੱਚੀ ਦ੍ਰਿਸ਼ਟੀ ਇਹ ਹੋ ਜਾਂਦੀ ਹੈ ਕਿ ਹਰ ਥਾਂ ਅਨੰਤ ਦੇ ਝਲਕੇ ਵਜਦੇ ਹਨ। ਜਿਕੂ ਮੈਂ ਕਿਹਾ ਸੀ ਕਿ ਅਣਜਾਣ ਬੱਚੇ ਨੂੰ ਸੰਗ ਤਰ੍ਹਾਂ ਖਿਡੌਣਾ ਦਿਸਦਾ ਹੈ, ਪਰ ਜਾਣਨਹਾਰ ਤ੍ਰਿਖਾਵੰਤ ਦ੍ਰਿਸ਼ਟੀ ਨੂੰ ਠੰਡ ਪਾਉਣ ਵਾਲਾ, ਦਿਲ ਖਿੜਾਉਣ ਵਾਲਾ ਅੰਮ੍ਰਿਤ ਰਸ ਦੀਦਾ ਹੈ। ਇਕੁਰ ਵਿਸਮਾਦ ਅੱਖਾਂ ਨੂੰ ਹਰ ਥਾਂ ਹਰੀ ਰੂਪ ਨਜ਼ਰੀ ਆਉਂਦਾ ਹੈ। ਉਹਨਾਂ ਜਾਗੇ ਸੱਜਣਾ ਦੀ ਵਰਤਣ ਇਸ ਹਰੀ ਰੂਪ ਨਾਲ ਹੁੰਦੀ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਜੋ ਵਰਤਾਵ ਉਹਨਾਂ ਤੋਂ ਕਿਸੇ ਨਾਲ ਹੁੰਦਾ ਹੈ, ਉਹ ਉਸ ਵਿੱਚ ਉਸ ਦੀ ਰੂਪਤਾ, ਕਰੂਪਤਾ, ਮੁਥਾਜੀ ਕੇ ਦੀਨਤਾ, ਹੱਕ ਕੇ ਨਾ ਹੱਕ ਆਦਿ ਵਿਚਾਰਾਂ ਤੋਂ ਉਚੇਰੇ ਹੋ ਜਾਂਦੇ ਹਨ। ਉਹਨਾਂ ਦੀ ਦ੍ਰਿਸ਼ਟੀ ਹਰ ਵਿੱਚ ਸਮਾਏ ਇਲਾਹੀ ਜਲਵੇ ਤੇ ਪੈਂਦੀ ਹੈ ਤੇ ਜੋ ਕੁਝ ਵਰਤਾਓ ਉਹ ਕਿਸੇ ਨਾਲ ਕਰਦੇ ਹਨ, ਆਪਣੇ ਅਨੰਤ ਮਾਲਕ ਨਾਲ ਕਰਦੇ ਹਨ। ਇਹਨਾਂ ਦੇ ਮਨ ਆਪਣੇ ਰੱਬ ਦੇ ਹਰ ਵੇਲੇ ਦੇ ਆਗਮ ਵਿੱਚ ਚਾਉ ਪਾਰੇ ਰਹਿੰਦੇ ਹਨ। ਇਸ ਉੱਚੇ ਸੁੱਚੇ ਸੋਹਣੇ ਰੰਗ ਵਿੱਚ ਉਹ ਜੋ ਵਰਤਾਓ ਕਿਸੇ ਸੱਜਣ ਵੈਰੀ, ਆਪਣੇ ਬੇਗਾਨੇ ਮਨੁੱਖ, ਪਸ਼ੂ, ਪੰਛੀ ਕਿਸੇ ਨਾਲ ਕਰਦੇ ਹਨ, ਲਿਵ ਵਾਲੇ ਦਿਲ ਤੇ ਬਿਸਮਾਦ ਭਰੇ ਨੈਣਾ ਨਾਲ ਦਿਸ ਰਹੇ ਇਲਾਹੀ ਜਲਵੇ ਨਾਲ ਕਰਦੇ ਹਨ ਤੇ ਉਹਨਾਂ ਤੋਂ ਇਹ ਕੁਝ ਸਹਿਜ ਸੁਭਾਅ ਹੁੰਦਾ ਹੈ। ਉਹਨਾਂ ਦਾ ਮਨ, ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ, ਉਹਨਾਂ ਦੇ ਮਨਾਂ ਨਾਲ ਨਹੀਂ ਖਹਿੰਦਾ। ਉਹਨਾਂ ਦਾ ਮਨ ਅਨੰਤ ਨਾਲ ਖਹਿੰਦਾ ਹੈ। ਸੋ ਸਤਿਗੁਰੂ ਜੀ ਦੱਸਦੇ ਹਨ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋ। ਜਿਸ ਤਰ੍ਹਾਂ ਧਰਤੀ ਉੱਤੇ ਪੁੰਨਿਆਂ ਦੇ ਚੰਨ ਦੀ ਚਾਨਣੀ ਫੈਲ ਰਹੀ ਹੈ, ਦਰਜ਼ੀ ਉਸ ਚਾਨਣੀ ਨਾਲ ਗੋਦੜੀ ਸਿਉਂ ਰਿਹਾ ਹੈ। ਉਸ ਦੀ ਬਿਰਤੀ ਸੂਈ ਧਾਗੇ ਗੋਦੜੀ ਮਜ਼ਦੂਰੀ ਦੇ ਪੈਸੇ ਦੇ ਸੁੱਖ ਵਿੱਚ ਤੇ ਮਿਹਨਤ ਦੇ ਥਕੇਵੇਂ ਤੇ ਅਕੇਵੇਂ ਵਿੱਚ ਹੈ, ਪਰ ਬੈਠਾ ਚਾਨਣੀ ਵਿੱਚ ਹੀ ਹੈ। ਪਰੰਤੂ ਚਕੋਰ ਨੂੰ ਦੇਖ ਚੰਦ ਵੱਲ ਟਕ ਵੱਜੀ ਹੈ। ਉੱਪਰ ਤੱਕਦਾ ਹੈ ਚੰਦ, ਅੰਦਰ ਤੱਕਦਾ ਹੈ ਚੰਦ, ਅੱਖਾਂ ਵਿੱਚ ਜਲਵਾ ਚਾਨਣੀ ਦਾ, ਚਾਰ ਚੁਫੇਰੇ ਦੇਖਦਾ ਹੈ ਚਾਨਣੀ, ਸਾਰੇ ਜਗਤ ਨੂੰ ਦੇਖਦਾ ਹੈ, ਪਰ ਕੀ ਦੇਖਦਾ ਹੈ? ਚੰਦ ਦੀ ਚਾਨਣੀ ਸਭ ਦੇ ਗਿਰਦ ਲਿਪਟ ਰਹੀ ਹੈ, ਸਭ ਦੇ ਸਿਰ ਖੇਲ ਰਹੀ ਹੈ। ਚਕੋਰ ਦਾ ਦਿਲ, ਚਕੋਰ ਦੀ ਨਜ਼ਰ, ਚਕੋਰ ਦੇ ਕਰਮ, ਕੁਹਕਣਾ, ਖੇਲਣਾ, ਖਿੜਨਾ, ਕਿਸੇ ਨੂੰ ਸੁੱਖ ਦੇਣਾ, ਸਭ ਉਸ ਚੰਦ ਦੇ ਮਿਲਾਪ, ਉਸ ਦੇ ਰਸ ਭਰੇ ਦਰਸ਼ਨਾਂ, ਉਸ ਦੇ ਚਾਉ ਤੇ ਉਲਾਸ ਭਰੇ ਉਮੰਗਾਂ ਵਿੱਚ ਹੈ। ਜੇ ਦਰਜ਼ੀ ਦੀ ਸੂਈ ਡਿੱਗ ਪਵੇ ਤਾਂ ਚਾਉ ਭਰੇ ਹੁਲਾਸ ਵਿੱਚ ਚੁੰਝ ਨਾਲ ਦਰਜ਼ੀ ਨੂੰ ਸੂਈ ਫੜਾ ਕੇ ਚਕੋਰ ਦਰਜ਼ੀ ਦੀ ਸੇਵਾ ਕਰਨ ਦੀ ਭੁੱਲ ਵਿੱਚ ਪੈਂਦਾ ਬਫਾਉਂਦਾ ਨਹੀਂ ਕਿ ਮੈਂ ਭਲਾ ਕੀਤਾ ਹੈ। ਉਹ ਦਰਜ਼ੀ ਦੇ ਦੁਆਲੇ, ਸੂਈ ਦੇ ਦੁਆਲੇ, ਚੁੰਝ ਦੇ ਦੁਆਲੇ ਚਾਨਣੀ ਹੀ ਚਾਨਣੀ ਦੇਖਦਾ ਹੈ ਤੇ ਉਸੇ ਚਾਨਣੀ ਨਾਲ ਚੋਜ ਕਰ ਰਿਹਾ ਹੈ, ਉਸੇ ਚਾਨਣੀ ਦੇ ਪ੍ਰਯੋਜਨ ਦੀ ਸਫਲਤਾ ਦੀ ਸੇਵਾ ਕਰ ਰਿਹਾ ਹੈ। ਬ੍ਰਹਮਦਾਸ, ਭਲਾ ਜੀ, ਜੇ ਕਦੇ ਅੱਖਾਂ ਵਿੱਚੋਂ ਬਿਸਮਾਦ ਦ੍ਰਿਸ਼ਟੀ ਹਟੇ, ਅੰਦਰੋਂ ਲਿਵ ਦੀ ਤਾਰ ਢਿੱਲੀ ਪਵੇ, ਤਦ ਫਿਰ ਬੰਦਾ ਕੀ ਕਰਦਾ ਹੈ? ਹਸੂ ਮੁਸਕਰਾ ਕੇ। ਵਿਸਮਾਦ ਦਾ ਰੰਗ ਜੇ ਘਟੇ ਤਾਂ ਅੰਦਰਲੇ ਗਿਆਨ ਵਿੱਚ ਹੁਕਮ ਪਰ ਟੇਕ ਟਿਕੀ ਹੋਈ ਜੋ ਹੁੰਦੀ ਹੈ। ਨਜ਼ਰ ਹੁਕਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਦਇਆ ਪਰ ਟਿਕੇ।
ਨਜ਼ਰ ਦਇਆ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਧਰਮ ਪਰ ਟਿਕੇ। ਨਜ਼ਰ ਧਰਮ ਤੋਂ ਕਦੇ ਨਾ ਉਖੜੇ, ਜੇ ਉਖੜੇ ਤਾਂ ਪਸ਼ੂ ਵਾਂਗ ਹੋ ਗਿਆ। ਬ੍ਰਹਮਦਾਸ ਫਿਰ ਕੀ ਕਰੇ? ਹਸੂ ਸਤਿਗੁਰੂ ਨਾਨਕ ਦੀ ਸ਼ਰਨ ਤਕਾਵੇ, ਅਰਦਾਸ ਕਰੇ, ਸਤਸੰਗ ਕਰੇ, ਸੇਵਾ ਕਰੇ। ਬ੍ਰਹਮਦਾਸ ਕੁਛ ਹੋਰ ਵੀ? ਹਸੂ ਹੱਸ ਕੇ ਮਹਾਂ ਮੰਤਰ ਪੜੇ। ਬ੍ਰਹਮਦਾਸ ਉਹ ਕੀ? ਹਸੂ ਭਰੀਐ ਮਤ ਪਾਪਾ ਕੇ ਸੰਗ, ਉਹ ਤੋਂ ਪਹਿਨਾਵੇਂ ਕੇ ਰੰਗ। ਨਾਮ ਜਪਣਾ ਤੇ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਪਾਠ ਵਿਚਾਰ ਕਰਨਾ, ਇਹ ਸਾਡਾ ਸਿੱਖਾਂ ਦਾ ਸਭ ਤੋਂ ਉੱਚਾ ਮਹਾਮੰਤਰ ਹੈ, ਜੋ ਪਸ਼ੂ ਤੋਂ ਮਨੁੱਖ ਬਣਾ ਦਿੰਦਾ ਹੈ, ਮਨੁੱਖ ਤੋਂ ਦੇਵਤਾ ਬਣਾ ਦਿੰਦਾ ਹੈ। ਬਾਣੀ ਪੜ੍ਹੇ, ਨਾਮ ਜਪੇ। ਹਸੂ ਦੇ ਨੈਣ ਬੰਦ ਹੋ ਗਏ। ਗੁਰੂ ਨਾਨਕ ਦੇ ਪਿਆਰ ਦਾ ਅਰਸ਼ੀ ਹੁਕਮ ਯਾਦ ਆਇਆ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।